ਸੋ ਅੱਜ ਅਸੀਂ ਕਰਨ ਜਾ ਰਹੇ ਹਾਂ ਚੈਪਟਰ 1 ਦੀ ਸੈਕੰਡ ਵੀਡੀਓ ਜਿਹਦੇ ਵਿੱਚ ਜੋ ਕਿ ਹੈਗੀ ਆ ਫੰਡਾਮੈਂਟਲ ਫੋਰਸਸ ਇਨ ਨੇਚਰ। ਸੋ ਇੰਟਰੋਡਕਸ਼ਨ ਵਾਲਾ ਪਾਰਟ ਅਸੀਂ ਪਹਿਲਾਂ ਕਰ ਚੁੱਕੇ ਹਾਂ। ਸੋ ਫੰਡਾਮੈਂਟਲ ਫੋਰਸਸ ਇਨ ਨੇਚਰ ਦੇ ਵਿੱਚ ਕਿੰਨੀ ਤਰ੍ਹਾਂ ਦੀਆਂ ਫੋਰਸਸ ਹੈ, ਇਹ 4 ਤਰ੍ਹਾਂ ਦੀਆਂ ਫੋਰਸਸ ਹੀ ਹੁੰਦੀਆਂ ਸਾਡੇ ਨੇਚਰ ਦੇ ਵਿੱਚ। ਬਾਕੀ ਇਸ ਤੋਂ ਇਲਾਵਾ ਕਨੈਟਿਕ એનર્ਜੀ ਵਗੈਰਾ ਜੋ ਸਾਰੀਆਂ એનર્ਜੀਜ਼ ਹੁੰਦੀਆਂ ਹੈ ਅਤੇ ਇਹ ਹੈਗੀਆਂ ਫੋਰਸਸ ਜਿਹੜੀਆਂ ਕਿ ਸਾਰੇ ਆਲ ਓਵਰ ਦਾ ਨੇਚਰ, ਆਲ ਓਵਰ ਦਾ ਯੂਨੀਵਰਸ ਦੇ ਵਿੱਚ ਐਗਜ਼ਿਸਟ ਕਰਦੀਆਂ। ਜਿਵੇਂ ਕਿ ਫਸਟ ਹੈਗੀ ਆ ਗ੍ਰੈਵੀਟੇਸ਼ਨਲ ਫੋਰਸ, ਇਲੈਕਟ੍ਰੋਮੈਗਨੈਟਿਕ ਫੋਰਸ, ਸਟਰੋਂਗ ਨਿਊਕਲੀਅਰ ਫੋਰਸ, ਵੀਕ ਨਿਊਕਲੀਅਰ ਫੋਰਸਸ। ਇਹ 4 ਤਰ੍ਹਾਂ ਦੀਆਂ ਫੋਰਸਸ ਹੈ ਸਾਡੀਆਂ। ਸੋ ਸਭ ਤੋਂ ਪਹਿਲਾਂ ਸਾਡੀ ਆਉਂਦੀ ਹੈ ਗ੍ਰੈਵੀਟੇਸ਼ਨਲ ਫੋਰਸ। ਸਾਨੂੰ ਪਤਾ ਹੀ ਹੈ ਵੀ ਅਰਥ ਦੇ ਉੱਤੇ ਅਸੀਂ ਰਹਿੰਦੇ ਹਾਂ। ਅਰਥ ਜਿਹੜੀ ਆ ਪੂਰੇ ਦਾ ਪੂਰਾ ਗ੍ਰਹਿ ਸਾਨੂੰ ਆਪਣੇ ਵੱਲ ਨੂੰ ਖਿੱਚ ਕੇ ਰੱਖਦਾ ਹੈ, ਆਪਣੇ ਵੱਲ ਨੂੰ ਪੁੱਲ ਕਰਕੇ ਰੱਖਦਾ ਹੈ, ਠੀਕ ਹੈ। ਅਤੇ ਇਹ ਵੀ ਗ੍ਰੈਵੀਟੇਸ਼ਨ ਫੋਰਸ ਦੀ ਹੀ ਐਗਜ਼ਾਮਪਲ ਹੈ। ਸੋ ਪਹਿਲਾਂ ਦੇਖੋ ਇਹ ਫੋਰਸ ਹੁੰਦੀ ਕੀ ਆ। ਕੋਈ ਦੋ ਆਬਜੈਕਟ ਹੈ ਜਾਂ ਦੋ ਬੋਡੀਜ਼ ਹੈ, ਚਾਹੇ ਹੈਵਨਲੀ ਬੋਡੀਜ਼ ਹੋਣ, ਹੈਵਨਲੀ ਬੋਡੀਜ਼ ਇਨ ਦਾ ਸੈਂਸ ਕੋਈ ਗ੍ਰਹਿ ਹੋਣ, ਚਾਹੇ ਦੋ ਕੋਈ ਆਮ ਆਬਜੈਕਟ ਹੋਣ। ਸੋ ਇਹਨਾਂ ਦੋਹਾਂ ਦੇ ਵਿਚਕਾਰ ਜੋ ਫੋਰਸ ਇਹਨਾਂ ਦੋਨਾਂ ਨੂੰ ਇੱਕ ਦੂਜੇ ਦੇ ਵਿਚਕਾਰ ਹੈਲਡ ਕਰਕੇ ਰੱਖਦੀ ਹੈ, ਹੈਲਡ ਟੂਗੈਦਰ, ਸਮਝ ਲਓ ਇਹ ਅਰਥ ਆ। ਅਤੇ ਇਹ ਹੈਗਾ ਸਨ। ਇਸ ਤਰੀਕੇ ਨਾਲ ਹੈ। ਸੋ ਹੁਣ ਅਰਥ ਵੀ ਉੱਥੇ ਹੀ ਆ ਹਮੇਸ਼ਾ ਤੋਂ, ਸੰਨ ਵੀ ਉੱਥੇ ਹੀ ਆ। ਇੱਕ ਦੂਜੇ ਦੇ ਆਲੇ ਦੁਆਲੇ ਚੱਕਰ ਕੱਟੀ ਜਾਂਦਾ ਹੈ, ਸੰਨ ਦੇ ਆਲੇ ਦੁਆਲੇ ਅਰਥ ਚੱਕਰ ਕੱਟੀ ਜਾਂਦੀ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਜਿਹੜੀ ਇਹ ਫੋਰਸ ਇਹਨੂੰ ਹੈਲਡ ਕਰਕੇ ਰੱਖਦੀ ਹੈ। ਅਤੇ ਇਸ ਫੋਰਸ ਨੂੰ ਅਸੀਂ ਕੀ ਕਹਿੰਦੇ, ਗ੍ਰੈਵੀਟੇਸ਼ਨਲ ਫੋਰਸ। ਸੋ ਇਹ ਇਕੱਲੀ ਅਰਥ ਅਤੇ ਸੰਨ ਦੇ ਵਿਚਕਾਰ ਨਹੀਂ, ਅਰਥ ਅਤੇ ਮੂਨ ਦੇ ਵਿਚਕਾਰ ਵੀ ਹੋ ਸਕਦੀ, ਜਾਂ ਅਰਥ ਤੋਂ ਮਾਰਸ ਦੇ ਵਿਚਕਾਰ ਵੀ ਹੋ ਸਕਦੀ। ਸਾਰੇ ਗ੍ਰਹਿਆਂ ਦੇ ਵਿਚਕਾਰ, ਸਾਰੀ ਤਰ੍ਹਾਂ ਦੀਆਂ ਬੋਡੀਜ਼ ਦੇ ਵਿਚਕਾਰ ਇਹ ਹੈਗੀ ਆ। ਸੋ ਠੀਕ ਹੈ ਜੀ, ਇਸ ਤਰੀਕੇ ਨਾਲ ਅਸੀਂ ਇਹਨੂੰ ਸਮਝਣਾ ਦੋ ਬੋਡੀਜ਼ ਦੇ ਵਿਚਕਾਰ ਫੋਰਸ ਆ। ਸੋ ਅਸੀਂ ਇਹਨੂੰ ਲੈ ਲੈਣਾ, ਇਹ ਹੈਗਾ M1 ਮਾਸ ਆ, ਇਹ ਹੈਗਾ M2 ਮਾਸ, ਦੋ ਮਾਸਸ ਆ, ਠੀਕ ਹੈ। ਇਹਨਾਂ ਵਿਚਲਾ ਡਿਸਟੈਂਸ ਅਸੀਂ R ਮੰਨਦੇ ਹਾਂ ਵੀ ਇਹਨਾਂ ਦੇ ਵਿਚਲਾ ਡਿਸਟੈਂਸ ਜਿਹੜਾ ਉਹ R ਦੇ ਬਰਾਬਰ ਆ। ਸੋ ਗ੍ਰੈਵੀਟੇਸ਼ਨਲ ਫੋਰਸ ਇਹ ਕਿਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈਗੀ ਆ, M1 ਇੰਟੂ M2, ਦੋਨਾਂ ਦੇ ਪ੍ਰੋਡਕਟ ਦੇ ਬਰਾਬਰ, ਦੋਨਾਂ ਮਾਸਸ ਦੇ ਪ੍ਰੋਡਕਟ ਦੇ ਬਰਾਬਰ। ਅਤੇ F ਇਨਵਰਸਲੀ ਪ੍ਰੋਪੋਰਸ਼ਨਲ ਟੂ ਸਕੇਅਰ ਆਫ ਦਾ ਡਿਸਟੈਂਸ ਬਿਟਵੀਨ ਦੈਮ। ਜਿਹੜਾ ਇਹਨਾਂ ਦੇ ਵਿਚਲਾ ਡਿਸਟੈਂਸ ਹੈ ਨਾ, ਉਹਦਾ ਜੇ ਅਸੀਂ ਦੁੱਗਣਾ ਉਹਦਾ ਅਸੀਂ ਸਕੇਅਰ ਕਰ ਦਈਏ ਫਿਰ ਉਹਦੇ ਇਨਵਰਸਲੀ ਪ੍ਰੋਪੋਰਸ਼ਨਲ ਆ। ਸੋ ਹੁਣ ਅਸੀਂ ਕੀ ਕਰਨਾ ਹੈ, ਇਹਨੂੰ ਸਾਰਿਆਂ ਨੂੰ ਕੰਬਾਈਨ ਕਰ ਲਓ, ਡਾਇਰੈਕਟਲੀ ਪ੍ਰੋਪੋਰਸ਼ਨਲ ਟੂ M1 M2 ਡਿਵਾਈਡ ਬਾਈ R ਸਕੇਅਰ। ਜਦੋਂ ਅਸੀਂ ਪ੍ਰੋਪੋਰਸ਼ਨੈਲਿਟੀ ਕੌਂਸਟੈਂਟ ਹਟਾਵਾਂਗੇ ਤਾਂ ਇੱਥੇ ਇੱਕ ਯੂਨੀਵਰਸਲ ਕੌਂਸਟੈਂਟ G ਲੱਗ ਜਾਊਗਾ, G M1 M2 ਓਵਰ R ਦਾ ਸਕੇਅਰ। ਇਹ ਹੋਊਗੀ ਸਾਡੀ ਫੋਰਸ ਦੀ ਵੈਲਿਊ। ਫੋਰ ਗ੍ਰੈਵੀਟੇਸ਼ਨਲ ਫੋਰਸ ਕਿਹਦੇ ਬਰਾਬਰ ਹੈ, G M1 M2 ਓਵਰ R ਦਾ ਸਕੇਅਰ। ਹੁਣ ਦੇਖੋ ਇਹ G ਜਿਹੜੀ ਆ ਇਹ ਸਾਇੰਟਿਸਟਸ ਨੇ ਕੈਲਕੂਲੇਟ ਕੀਤੀ ਹੋਈ ਹੈ ਆਲਰੇਡੀ, ਇਹ ਆਪਾਂ ਆਪਣੇ ਕੋਲੋਂ ਨਹੀਂ ਲਈ ਹੈਗੀ। ਸੋ G ਨੂੰ ਕਹਿੰਦੇ ਹੈਗੇ ਯੂਨੀਵਰਸਲ ਗ੍ਰੈਵੀਟੇਸ਼ਨਲ ਕੌਂਸਟੈਂਟ। ਅਤੇ ਇਹਦੀ ਇੱਕ ਵੈਲਿਊ ਹੁੰਦੀ ਆ, ਇਹਦੀ ਵੈਲਿਊ ਹੁੰਦੀ ਆ 6.67 ਇੰਟੂ 10⁻11 ਨਿਊਟਨ ਮੀਟਰ ਦਾ ਸਕੇਅਰ ਅਤੇ ਕਿਲੋਗ੍ਰਾਮ ਦਾ ਇਨਵਰਸ ਸਕੇਅਰ। ਇਹ ਵੈਲਿਊ ਆ ਜੀ, ਤੁਸੀਂ ਇਹ ਵੈਲਿਊ ਹਮੇਸ਼ਾ ਹੀ ਚੇਤੇ ਰੱਖਣੀ ਆ, ਠੀਕ ਹੈ। ਅਤੇ ਇਹਨੂੰ ਕੀ ਕਹਿੰਦੇ ਆ ਆਪਣੇ ਕੋਲ, ਯੂਨੀਵਰਸਲ ਗ੍ਰੈਵੀਟੇਸ਼ਨਲ ਕੌਂਸਟੈਂਟ, ਠੀਕ ਹੈ। ਅਤੇ ਹੁਣ ਦੂਜੀ ਗੱਲ ਇਹ ਆ, ਦੇਖਣ ਵਾਲੀ ਗੱਲ ਕੀ ਆ ਵੀ ਜਿਹੜੇ ਦੋਨੇ ਮਾਸਸ ਹੈ M1 ਅਤੇ M2, ਚਾਹੇ ਸਨ ਅਰਥ ਆ ਚਾਹੇ ਅਰਥ ਮੂਨ ਆ, ਇਸ ਤਰੀਕੇ ਨਾਲ ਇਹ ਕੀ ਕਰਦੇ ਆ, ਇਹ ਆਬਜੈਕਟ 1 ਆ, ਇਹ ਆਬਜੈਕਟ 2 ਆ। ਹੁਣ F1 ਜਿਹੜਾ ਆਬਜੈਕਟ 2 ਦੇ ਉੱਤੇ ਫੋਰਸ ਲਾ ਰਿਹਾ, ਇਹਨੂੰ ਆਪਣੇ ਵੱਲ ਨੂੰ ਖਿੱਚ ਰਿਹਾ, ਅਤੇ ਇਹ ਵਾਲਾ ਆਬਜੈਕਟ ਇਹਨੂੰ ਆਪਣੇ ਵੱਲ ਨੂੰ ਖਿੱਚ ਰਿਹਾ। ਜਿਵੇਂ ਆਪਾਂ ਟੱਗ ਆਫ ਵਾਰ ਜਾਂ ਜਿਹੜਾ ਰੱਸਾ ਖਿੱਚਦੇ ਹੁੰਦੇ ਆ, ਉਵੇਂ ਉਸ ਤਰੀਕੇ ਦੀ ਖੇਡ ਹੁੰਦੀ ਹੈ। ਦੋ ਹੀ ਆਬਜੈਕਟ ਇਸ ਤਰੀਕੇ ਨਾਲ ਇੱਕ ਦੂਜੇ ਨੂੰ ਆਪਣੇ ਵੱਲ ਨੂੰ ਖਿੱਚ ਰਹੇ ਆ, ਇੱਧਰ ਨੂੰ ਖਿੱਚ ਰਹੇ ਆ ਇਹ, ਠੀਕ ਹੈ। ਅਤੇ ਇਹ ਖਿੱਚ ਰਹੇ ਆ, ਇਸ ਕਰਕੇ ਇਹ ਸਟੇਬਲ ਵੀ ਰਹਿੰਦੇ ਆ, ਇੱਕ ਦੂਜੇ ਦੇ ਨਾਲ ਟਕਰਾਉਂਦੇ ਨਹੀਂ, ਨਾ ਇੱਕ ਦੂਜੇ ਦੇ ਨਾਲ ਜੁੜਦੇ ਆ, ਬਸ ਇਕੁਅਲ ਫੋਰਸ ਦੋ ਜਣੇ ਇੱਕ ਦੂਜੇ ਦੇ ਉੱਤੇ ਲਾਉਂਦੇ ਆ, ਠੀਕ ਹੈ। ਅਤੇ ਇਸ ਕਰਕੇ ਜਿਹੜੀ ਆ F12 ਫੋਰਸ ਹੈ, ਇਹਦੀ ਫੋਰਸ ਇਜ਼ ਇਕੁਅਲ ਟੂ -F21 ਹੈ, ਇਸ ਤਰੀਕੇ ਦੇ ਨਾਲ। ਅਤੇ ਜੇ ਇਹਨੂੰ ਅਸੀਂ ਫਰਦਰ ਕਰੀਏ, ਇਹ ਹੋ ਜਾਂਦੀ ਆਪਣੇ ਕੋਲ, ਜਦੋਂ ਦੋ ਹੀ ਫੋਰਸਸ ਅਸੀਂ ਕੰਬਾਈਨ ਕਰਾਂਗੇ, F12 ਪਲੱਸ F21 ਇਜ਼ ਇਕੁਅਲ ਟੂ ਕੀ ਹੋ ਜਾਂਦਾ, 0। ਇਹਨਾਂ ਦਾ ਕੋਈ ਰਿਜ਼ਲਟ ਨਹੀਂ ਨਿਕਲਦਾ ਹੈਗਾ। ਅਤੇ ਇਹ ਹੁੰਦੀ ਆ ਆਪਣੇ ਕੋਲ, ਇਹ ਦੋ ਹੀ ਫੋਰਸਸ ਇਕੁਅਲ ਫੋਰਸਸ ਹੈ, ਕਿਉਂਕਿ ਦੋਨੇ ਇਕੁਅਲ ਫੋਰਸਸ ਹੈ। ਇਹ ਹੈਗੀ ਸਾਡੀ ਗ੍ਰੈਵੀਟੇਸ਼ਨਲ ਫੋਰਸ। ਸੋ ਹੁਣ ਇਹਦੇ ਕਰੈਕਟਰਿਸਟਿਕਸ ਦੇਖ ਲੈਂਦੇ ਵੀ ਇਹ ਕਿਵੇਂ ਦੀ ਫੋਰਸ ਆ। ਸੋ ਇਹ ਦੋਨੇ ਫੋਰਸਸ, ਫਸਟ ਪੁਆਇੰਟ ਸਾਡਾ ਹੈਗਾ ਵੀ ਦੋਨਾਂ ਦੇ ਮੈਗਨੀਟਿਊਡ ਬਰਾਬਰ ਹੁੰਦੇ ਆ। ਜੇ ਆਹ ਵਾਲਾ ਆਬਜੈਕਟ ਦੂਜੇ ਆਬਜੈਕਟ 'ਤੇ 10 ਨਿਊਟਨ ਦੀ ਫੋਰਸ ਲਾ ਰਿਹਾ ਤਾਂ ਦੂਜਾ ਆਬਜੈਕਟ ਵੀ ਪਹਿਲੇ ਆਬਜੈਕਟ 'ਤੇ 10 ਨਿਊਟਨ ਦੀ ਹੀ ਫੋਰਸ ਲਾਊਗਾ। ਇਹ ਨੇਚਰ ਦੇ ਵਿੱਚ ਹੈਗਾ ਹੈ, ਇੱਦਾਂ ਹੀ ਹੋਣਾ, ਠੀਕ ਹੈ। ਅਤੇ ਦੂਜੀ ਗੱਲ ਕੀ ਹੈ, ਇਹ ਸੈਂਟਰਲ ਫੋਰਸ ਆ, ਯਾਨੀ ਕਿ ਇਸ ਆਬਜੈਕਟ ਦੇ ਸੈਂਟਰ ਤੋਂ ਲੈ ਕੇ ਦੂਜੇ ਆਬਜੈਕਟ ਦੇ ਸੈਂਟਰ ਤੱਕ ਲਾਈ ਕਰਦੀ ਹੈ ਫੋਰਸ ਇਹ, ਇਸ ਕਰਕੇ ਇਹਨੂੰ ਸੈਂਟਰਲ ਫੋਰਸ ਕਹਿੰਦੇ ਆ। ਦੂਜੀ ਗੱਲ ਹੋਰ ਅੱਗੇਲਾ ਪੁਆਇੰਟ ਹੈਗਾ ਇੰਡੀਪੈਂਡੈਂਟ ਆਫ ਦਾ ਨੇਚਰ ਆਫ ਦਾ ਮੀਡੀਅਮ ਬਿਟਵੀਨ ਦੈਮ। ਇਹਦੇ ਵਿੱਚ ਜਿਹੜਾ ਮਰਜ਼ੀ ਮੀਡੀਅਮ ਆ
ਕੋਈ ਵੀ ਹੈ, ਚਾਹੇ 에ਅਰ ਆ, ਚਾਹੇ ਵੈਕਿਊਮ ਆ, ਚਾਹੇ ਲਾਈਟ ਆ, ਕੋਈ ਵੀ ਮੀਡੀਅਮ ਆ ਉਹਦੇ ਇੰਡੀਪੈਂਡੈਂਟ ਆ ਇਹ ਫੋਰਸ। ਅਗਲਾ ਹੈਗਾ ਇੰਡੀਪੈਂਡੈਂਟ ਆਫ ਦਾ ਪ੍ਰੈਜ਼ੈਂਸ ਆਫ ਅਦਰ ਬੋਡੀ, ਹੋਰ ਬੋਡੀਜ਼ ਜੋ ਵੀ ਇਹਦੇ ਵਿੱਚ ਕੋਈ ਚਾਹੇ ਪਾਰਟੀਕਲ ਕੋਈ ਵੀ ਪ੍ਰੈਜ਼ੈਂਟ ਹੋਵੇ ਉਹਦੇ ਇੰਡੀਪੈਂਡੈਂਟ ਹੁੰਦੀ ਆ ਦੋ ਆਬਜੈਕਟਸ ਦੀ ਗ੍ਰੈਵੀਟੇਸ਼ਨਲ ਫੋਰਸ। ਨੈਕਸਟ ਹੈਗਾ ਨਿਗਲੀਜੀਬਲ ਫॉर ਦਾ ਲਾਈਟ ਬੋਡੀ ਬਟ ਅਪਰੀਸ਼ੀਏਬਲ ਫॉर ਮੈਸਿਵ ਬੋਡੀ। ਹੁਣ ਦੇਖੋ ਅਸੀਂ ਇਹਦੇ ਵਿੱਚ ਐਗਜ਼ਾਮਪਲ ਲੈ ਲੈਂਦੇ ਹਾਂ, ਇੱਕ ਬਹੁਤ ਵੱਡਾ ਗ੍ਰਹਿ ਆ ਅਤੇ ਅਸੀਂ ਇੱਕ ਛੋਟੇ ਜਿਹਾ ਇਨਸਾਨ ਹੈ, ਬਟ ਹੁਣ ਫੋਰਸਸ ਤਾਂ ਦੋਨੇ ਹੀ ਗ੍ਰਹਿ ਅਤੇ ਛੋਟਾ ਆਬਜੈਕਟ ਦੋ ਹੀ ਇੱਕ ਦੂਜੇ ਦੇ ਬਰਾਬਰ ਫੋਰਸ ਲਾ ਰਹੇ ਜੋ ਕਿ ਸਾਨੂੰ ਪਹਿਲੇ ਅਗਲੇ ਨੇ ਦੱਸ ਦਿੱਤਾ ਹੈ। ਬਟ ਹੁਣ ਜਿਹੜਾ ਗ੍ਰਹਿ ਆ ਉਹ ਤਾਂ ਇਸ ਆਬਜੈਕਟ ਨੂੰ ਆਪਣੇ ਵੱਲੋਂ ਖਿੱਚੂਗਾ, ਇਹ ਵੀ ਆਪਣੇ ਵੱਲੋਂ ਖਿੱਚਦਾ ਤਾਂ ਹੈਗਾ, ਬਟ ਗ੍ਰਹਿ ਕਿਉਂ ਨਹੀਂ ਮੂਵ ਕਰਦਾ? ਹੁਣ ਅਸੀਂ ਅਰਥ ਦੇ ਉੱਪਰ ਆ, ਅਰਥ ਜਿਹੜੀ ਆ ਅਸੀਂ ਅਰਥ ਸਾਨੂੰ ਆਪਣੇ ਵੱਲੋਂ ਖਿੱਚਦੀ, ਅਸੀਂ ਅਰਥ ਨੂੰ ਆਪਣੇ ਵੱਲੋਂ ਕਾਹਤੇ ਨਹੀਂ ਖਿੱਚਦੇ ਹੈਗੇ? ਕਿਉਂਕਿ ਜਿਹੜਾ ਲਾਈਟ ਬੋਡੀਜ਼ ਦੇ ਲਈ ਫੋਰਸ ਇਹ ਨਿਗਲੀਜੀਬਲ ਹੋ ਜਾਂਦੀ ਹੈ। ਅਸੀਂ ਅਰਥ ਦੇ ਕੰਪੈਰੇਟਿਵਲੀ ਬਹੁਤ ਛੋਟੇ ਹਾਂ, ਇਸ ਕਰਕੇ ਅਸੀਂ ਅਰਥ ਨੂੰ ਆਪਣੇ ਵੱਲੋਂ ਨਹੀਂ ਖਿੱਚਦੇ ਹੈਗੇ, ਬਟ ਅਰਥ ਸਾਨੂੰ ਆਪਣੇ ਵੱਲੋਂ ਖਿੱਚਦੀ ਆ। ਠੀਕ ਹੈ, ਇਸ ਕਰਕੇ ਜਿਹੜੀ ਮੈਸਿਵ ਬੋਡੀ ਦੇ ਲਈ ਇਹ ਅਪਰੀਸ਼ੀਏਬਲ ਹੈ ਜਾਂ ਇਹਨੂੰ ਕੈਲਕੂਲੇਟ ਕੀਤਾ ਜਾ ਸਕਦਾ ਮੈਸਿਵ ਬੋਡੀਜ਼ ਦੇ ਲਈ। ਅਤੇ ਦੂਜੀ ਗੱਲ ਕਹਿੰਦੇ ਵੀ ਇਹ ਲੌਂਗ ਰੇਂਜ ਫੋਰਸ ਆ। ਹੁਣ ਦੇਖ ਲਓ ਅਰਥ ਤੋਂ ਲੈ ਕੇ ਸਨ ਦੇ ਵਿੱਚ ਕਿੰਨਾ ਡਿਸਟੈਂਸ ਆ। ਠੀਕ ਹੈ, ਅਰਥ ਸਨ ਤੋਂ ਲੈ ਕੇ ਅਤੇ ਮਾਰਸ ਜਾਂ ਜੂਪੀਟਰ ਜਾਂ ਇਹ ਸਾਰੇ ਗ੍ਰਹਿਾਂ ਦੇ ਵਿੱਚ ਕਿੰਨਾ ਵੱਡਾ ਡਿਸਟੈਂਸ ਹੈ, ਬਟ ਫਿਰ ਵੀ ਉਹ ਸਟਿਲ ਉਸੇ ਚੱਕਰ ਦੇ ਵਿੱਚ ਹੀ ਘੁੰਮੀ ਜਾਂਦੇ ਜਿੱਥੋਂ ਲੱਖਾਂ ਸਾਲਾਂ ਤੋਂ ਘੁੰਮਦੇ ਆ ਰਹੇ ਆ, ਛੱਡ ਕੇ ਨਹੀਂ ਜਾਂਦੇ ਦੂਰ। ਇਸ ਕਰਕੇ ਇਹਨੂੰ ਕਹਿੰਦੇ ਵੀ ਲੌਂਗ ਰੇਂਜ ਫੋਰਸ ਆ, ਇਨਫੀਨਾਈਟ ਆ ਇਹ ਫੋਰਸ। ਅਤੇ ਐਗਜ਼ਾਮਪਲਸ ਇਹਦੀਆਂ ਕੀ ਆ ਵੀ ਸੋਲਰ ਸਿਸਟਮ ਨੂੰ ਇਹ ਔਰਬਿਟ ਦੇ ਵਿੱਚ ਰੱਖਦੀ ਹੈ, ਸਾਰਾ ਸੋਲਰ ਸਿਸਟਮ ਉੱਥੇ ਹੀ ਘੁੰਮੀ ਜਾਂਦਾ ਬਾਰ-ਬਾਰ। ਠੀਕ ਹੈ, ਦੂਜਾ ਹੈਗਾ ਆਪਣੇ ਕੋਲ ਬੋਡੀਜ਼ ਰਿਮੇਨਸ ਔਨ ਦਾ ਸਰਫੇਸ ਆਫ ਅਰਥ। ਅਸੀਂ ਜਿੰਨੀਆਂ ਵੀ ਬੋਡੀਜ਼ ਆ ਉਹ ਅਰਥ ਦੇ ਸਰਫੇਸ ਦੇ ਉੱਤੇ ਹੀ ਰਹਿੰਦੀਆਂ ਇਸ ਫੋਰਸ ਦੀ ਵਜ੍ਹਾ ਦੇ ਨਾਲ। ਅਤੇ ਟਾਈਡਸ, ਹੁਣ ਸਾਨੂੰ ਪਤਾ ਵੀ ਓਸ਼ੀਅਨ ਦੇ ਵਿੱਚ ਟਾਈਡਸ ਆਉਂਦੀਆਂ, ਲੋ ਟਾਈਡ ਹੁੰਦੀ, ਹਾਈ ਟਾਈਡ ਹੁੰਦੀ ਹੈ, ਇਹ ਸਾਰੀਆਂ ਮੂਨ ਅਤੇ ਅਰਥ ਦੀ ਗ੍ਰੈਵਿਟੀ ਦੇ ਕਰਕੇ ਹੀ ਆਉਂਦੀਆਂ ਹੈ। ਠੀਕ ਹੈ, ਨੈਕਸਟ ਸਾਡੇ ਕੋਲ ਕੀ ਆਉਂਦਾ ਹੈ? ਨੈਕਸਟ ਫੋਰਸ ਹੈਗੀ ਸਾਡੇ ਕੋਲ ਇਲੈਕਟ੍ਰੋਮੈਗਨੈਟਿਕ ਫੋਰਸ। ਹੁਣ ਦੇਖੋ ਇਲੈਕਟ੍ਰੋਮੈਗਨੈਟਿਕ ਫੋਰਸ ਇਲੈਕਟ੍ਰੀਸਿਟੀ ਅਤੇ ਮੈਗਨੇਟਿਜ਼ਮ ਦੀ ਵਜ੍ਹਾ ਦੇ ਨਾਲ ਫੋਰਸ ਬਣਦੀ ਹੈ, ਸਾਨੂੰ ਪਤਾ ਲੱਗੇਗਾ ਇਲੈਕਟ੍ਰੋਮੈਗਨੈਟਿਕ ਦਾ ਮਤਲਬ ਇਹ ਹੈ। ਸੋ ਹੁਣ ਦੋ ਤਰੀਕੇ ਦੇ ਚਾਰਜ ਹੈ, ਇੱਕ ਆਹ ਚਾਰਜ ਹੈ, ਇਹ ਦੂਜਾ ਚਾਰਜ ਹੈ, ਇਹ ਹੈਗਾ Q1, ਇਹ ਹੈਗਾ Q2। ਠੀਕ ਹੈ, ਇਹਨਾਂ ਦੇ ਵਿਚਲੀ ਫੋਰਸ ਜਿਹੜੀ ਆ ਇਹ ਸੇਮ ਗ੍ਰੈਵੀਟੇਸ਼ਨ ਵਾਂਗੂ ਹੀ ਆ, ਇਹਨਾਂ ਦੇ ਵਿੱਚ ਜੋ ਫੋਰਸ ਹੈ ਨਾ ਇੱਕ ਦੂਜੇ ਨੂੰ ਇੱਕ ਆਪਣੇ ਵੱਲ ਨੂੰ ਖਿੱਚ ਕੇ ਰੱਖਦੇ ਆ, ਉਸ ਫੋਰਸ ਨੂੰ ਕੀ ਕਹਿੰਦੇ ਆ? ਇਲੈਕਟ੍ਰੋਸਟੈਟਿਕ ਫੋਰਸ। ਹੁਣ ਦੇਖੋ Q1 ਅਤੇ Q2 ਦੋਨੇ ਚਾਰਜ ਐਟ ਰੈਸਟ ਦੇ ਉੱਤੇ ਆ, ਸੋ ਇਸ ਚੀਜ਼ ਨੂੰ ਅਸੀਂ ਕਹਾਂਗੇ ਇਲੈਕਟ੍ਰੋਸਟੈਟਿਕ ਫੋਰਸ। ਇਹ ਫੋਰਸ ਹੁਣ ਕਾਹਦੇ ਬਰਾਬਰ ਆ? ਫੋਰਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ Q1 Q2। ਠੀਕ ਹੈ ਜੀ, ਅਤੇ ਫੋਰਸ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਸਕੇਅਰ ਆਫ ਦਾ ਡਿਸਟੈਂਸ ਬਿਟਵੀਨ ਦੈਮ। ਮੰਨ ਲਓ ਇਹਨਾਂ ਦੇ ਵਿੱਚ ਡਿਸਟੈਂਸ ਹੈਗਾ R, ਅਤੇ Q1 ਐਂਡ Q2 ਦੋਨਾਂ ਬੋਡੀਜ਼ ਦਾ ਉੱਤੇ ਚਾਰਜ ਆ। ਠੀਕ ਹੈ ਜੀ, ਨੈਕਸਟ ਹੁਣ ਕੀ ਆ? ਜਦੋਂ ਅਸੀਂ ਪ੍ਰੋਪੋਰਸ਼ਨੈਲਿਟੀ ਕੌਂਸਟੈਂਟ ਹਟਾ ਦੇਣਾ, F ਇਜ਼ ਇਕੁਅਲ ਟੂ ਕੀ ਆ ਜਾਣਾ ਇਹਦਾ 1/4 ਪਾਈ ਐਪਸਾਈਲਮ ਨੋਟ Q1 Q2 ਓਵਰ R ਦਾ ਸਕੇਅਰ। ਇਹ ਆ ਗਿਆ ਸਾਡੇ ਕੋਲ ਇਹਦਾ ਫਾਰਮੂਲਾ, F ਇਜ਼ ਇਕੁਅਲ ਟੂ 1/4 ਪਾਈ ਐਪਸਾਈਲਮ ਨੋਟ Q1 Q2 ਓਵਰ R ਦਾ ਸਕੇਅਰ। ਠੀਕ ਹੈ, ਹੁਣ ਜਿਵੇਂ ਕਿ ਅਸੀਂ ਪਹਿਲਾਂ ਵੀ ਪ੍ਰੋਪੋਰਸ਼ਨੈਲਿਟੀ ਕੌਂਸਟੈਂਟ ਦੀ ਵੈਲਿਊ ਕੱਢੀ ਸੀ ਅਤੇ ਇਹਦੀ ਵੀ ਵੈਲਿਊ ਇੱਕ ਹੁੰਦੀ ਆ। ਸੋ ਉਹ ਕੀ ਹੁੰਦੀ? 1/4 ਪਾਈ ਐਪਸਾਈਲਮ ਨੋਟ ਇਜ਼ ਇਕੁਅਲ ਟੂ 9 × 10⁹ ਨਿਊਟਨ ਮੀਟਰ ਸਕੇਅਰ ਅਤੇ ਕੂਲਮ ਦਾ ਇਨਵਰਸ ਸਕੇਅਰ। ਇਹ ਵੈਲਿਊ ਹੁੰਦੀ ਹੈ ਜੀ, ਤੁਸੀਂ ਇਹ ਹਮੇਸ਼ਾ ਹੀ ਚੇਤੇ ਰੱਖਣੀ ਹੈ। ਹੁਣ ਨੈਕਸਟ ਇਹਦੇ ਵਿੱਚ ਕੀ ਆਉਂਦਾ ਵੀ ਜਦੋਂ ਇਹ ਦੋ ਚਾਰਜ, ਇਹ ਹੋ ਗਿਆ ਸਾਡਾ, ਇਹ ਸੀਗਾ ਸਾਡਾ ਇਲੈਕਟ੍ਰੋਸਟੈਟਿਕ ਫੋਰਸ, ਯਾਨੀ ਕਿ ਸਟੈਟਿਕ ਚਾਰਜਸ ਦੀ ਜਿਹੜੀ ਫੋਰਸ ਆ। ਬਟ ਇਹੀ ਦੋ ਚਾਰਜ ਜਦੋਂ ਮੂਵ ਕਰਨ ਲੱਗ ਪੈਂਦੇ ਆ, ਠੀਕ ਹੈ ਜੀ, ਹੁਣ ਮੂਵ ਕਰਦੇ ਕਰਦੇ ਕੀ ਕਰਦੇ? ਇਹ ਇੱਕ ਮੈਗਨੈਟਿਕ ਇਫੈਕਟ ਪ੍ਰੋਡਿਊਸ ਕਰ ਲੈਂਦੇ ਆ ਇਹ ਮੂਵ ਕਰਦੇ ਹੋਏ, ਅਤੇ ਇਹੀ ਮੈਗਨੈਟਿਕ ਇਫੈਕਟ ਜਿਹੜਾ ਇਹਨਾਂ ਦੇ ਵਿਚਕਾਰ ਜਿਹੜੀ ਫੋਰਸ ਆ ਉਹਨੂੰ ਵਧਾ ਦਿੰਦਾ ਹੈ। ਸੋ ਇਸ ਤਰੀਕੇ ਦੇ ਮੂਵੇਬਲ ਚਾਰਜ ਜਦੋਂ ਫੋਰਸ ਪੈਦਾ ਕਰਦੇ ਤਾਂ ਉਹ ਮੈਗਨੈਟਿਕ ਇਫੈਕਟ ਪੈਦਾ ਕਰਦੇ ਆ। ਸੋ ਇਲੈਕਟ੍ਰਿਕ ਇਫੈਕਟ ਤਾਂ ਆਲਰੇਡੀ ਇਹਨਾਂ ਦੇ ਉੱਤੇ ਹੈਗਾ ਹੀ ਹੈ, ਇਲੈਕਟ੍ਰਿਕ ਇਫੈਕਟ ਦੀ ਵਜ੍ਹਾ ਦੇ ਨਾਲ ਕੀ ਆ? ਮੈਗਨੈਟਿਕ ਇਫੈਕਟ ਆ। ਇਹ ਦੋ ਚੀਜ਼ਾਂ ਕੰਬਾਈਨ ਕਰਕੇ ਕੀ ਬਣਦੀਆਂ ਸਾਡੇ ਕੋਲ? ਇਲੈਕਟ੍ਰੋਮੈਗਨੈਟਿਕ ਫੋਰਸ ਬਣਾਉਂਦੀਆਂ। ਠੀਕ ਹੈ, ਇਲੈਕਟ੍ਰੀਸਿਟੀ, ਅਤੇ ਹੁਣ ਇਹ ਚੀਜ਼ ਤੁਸੀਂ ਜ਼ਰੂਰ ਧਿਆਨ ਰੱਖਿਓ ਵੀ ਇਲੈਕਟ੍ਰੀਸਿਟੀ ਐਂਡ ਮੈਗਨੇਟਿਜ਼ਮ ਆਰ ਇਨਸੈਪਰੇਬਲ। ਜਿੱਥੇ ਜਿੱਥੇ ਇਲੈਕਟ੍ਰੀਸਿਟੀ ਹੈ ਉੱਥੇ ਮੈਗਨੇਟਿਜ਼ਮ ਆ ਹੀ ਜਾਣਾ ਹਮੇਸ਼ਾ ਹੀ। ਠੀਕ ਹੈ, ਇਹ ਦੋ ਚੀਜ਼ਾਂ ਇਨਸੈਪਰੇਬਲ ਆ, ਅਤੇ ਮੈਗਨੇਟ ਦੇ ਨਾਰਥ ਪੋਲ ਐਂਡ ਸਾਊਥ ਪੋਲ ਵੀ ਆਪਸ ਦੇ ਵਿੱਚ ਇਨਸੈਪਰੇਬਲ ਹੈ, ਇਹਨਾਂ ਨੂੰ ਅਸੀਂ ਸੈਪਰੇਟ ਕਰ ਹੀ ਨਹੀਂ ਸਕਦੇ। ਸੋ ਇਲੈਕਟ੍ਰੋਮੈਗਨੈਟਿਕ ਫੋਰਸ ਦੇ ਸਾਡੇ ਜਿਹੜੇ ਆ ਇਹ ਕਰੈਕਟਰਿਸਟਿਕਸ ਦੇਖ ਲੈਂਦੇ ਕੀ ਆ। ਇੱਕ ਚੀਜ਼ ਮੈਨੂੰ ਦੱਸਣੀ ਭੁੱਲ ਗਈ ਕਿ ਇਹ ਹੈਗੀ ਆ
10⁻36 ਟਾਈਮਸ ਸਟਰੋਂਗਰ ਦੈਨ ਗ੍ਰੈਵਿਟੇਸ਼ਨਲ ਫੋਰਸ ਆ। ਗ੍ਰੈਵਿਟੇਸ਼ਨ ਫੋਰਸ ਨਾਲੋਂ ਇੰਨੀ ਜ਼ਿਆਦਾ 10⁻36 ਟਾਈਮ ਜ਼ਿਆਦਾ ਸਟਰੋਂਗਰ ਆ। ਸੋਚੋ ਕਿੰਨੀ ਸਟਰੋਂਗ ਹੋਊਗੀ। ਤੇ ਕਰੈਕਟਰਿਸਟਿਕਸ ਕੀ ਆ, ਇਹ ਦੋ ਹੀ ਤਰ੍ਹਾਂ ਦੀ ਅਟਰੈਕਟਿਵ ਜਾਂ ਰਿਪਲਸਿਵ ਫੋਰਸ ਹੋ ਸਕਦੀ ਹੈ, ਦੋਨੇ ਤਰ੍ਹਾਂ ਨਾਲ ਐਕਟ ਕਰਦੀ ਹੈ। ਠੀਕ ਹੈ। ਤੇ ਦੂਜੀ ਗੱਲ ਕੀ ਹੈ, ਸੈਂਟਰਲ ਫੋਰਸ ਆ, ਸੈਂਟਰ ਤੋਂ ਸੈਂਟਰ ਤੱਕ ਇਹਦਾ ਇਹ ਆਪਾਂ ਮੈਜਰ ਕਰ ਸਕਦੇ ਹਾਂ, ਇਹ ਲੱਗਦੀ ਹੈ ਸੈਂਟਰ ਤੋਂ ਸੈਂਟਰ ਤੱਕ। ਲੌਂਗ ਰੇਂਜ ਫੋਰਸ ਆ, ਕਿੰਨੀ ਆ, ਇਹ ਇਨਫੀਨਾਈਟ ਤੱਕ ਹੈ, ਇਹਦਾ ਕੋਈ ਅੰਤ ਨਹੀਂ ਹੈਗਾ। ਠੀਕ ਹੈ। ਓਬੇਜ਼ ਇਨਵਰਸ ਸਕੇਅਰ ਲਾ, ਆ ਜਿਹੜਾ ਹੁਣ ਇਨਵਰਸ ਸਕੇਅਰ ਲਾ ਦੇ ਵਿੱਚ ਕੀ ਕਹਿੰਦੇ ਆ ਜਿਹੜਾ ਹੁਣ ਫੋਰਸ ਇਨਵਰਸਲੀ ਪ੍ਰੋਪੋਰਸ਼ਨਲ ਟੂ 1/r ਦਾ ਸਕੇਅਰ। ਤੇ ਨੈਕਸਟ ਕੀ ਹੈਗਾ ਆਪਣੇ ਕੋਲ, ਕੰਜ਼ਰਵੇਟਿਵ ਫੋਰਸ। ਕੰਜ਼ਰਵੇਟਿਵ ਫੋਰਸ ਦੇ ਵਿੱਚ ਕੀ ਆਉਂਦਾ, ਹੁਣ ਦੇਖੋ ਇਹਦੇ ਵਿੱਚ ਕੀ ਸੀਗਾ ਸਾਡੇ ਕੋਲ, F ਆ 1 ਆਬਜੈਕਟ ਹੈ 2, F12 = -F21, ਇਸ ਚੀਜ਼ ਨੂੰ ਕਹਿੰਦੇ ਆ ਕੰਜ਼ਰਵੇਟਿਵ। ਮਤਲਬ ਜਿੰਨਾ ਇੱਕ ਆਬਜੈਕਟ ਦੂਜੇ ਦੇ ਉੱਤੇ ਫੋਰਸ ਲਗਾ ਰਿਹਾ, ਉਨਾ ਹੀ ਦੂਜਾ ਪਹਿਲੇ ਦੇ ਉੱਤੇ ਵੀ ਫੋਰਸ ਲਗਾ ਰਿਹਾ, ਬਟ ਇਨ ਓਪੋਜ਼ਿਟ ਡਾਇਰੈਕਸ਼ਨ। ਇਹ ਹੈਗੀ ਸਾਡੀ ਕੰਜ਼ਰਵੇਟਿਵ ਫੋਰਸ। ਨੈਕਸਟ ਜਿਹੜਾ ਅਸੀਂ ਪਹਿਲਾਂ ਦੱਸਿਆ ਦਿੱਤਾ 10⁻36 ਟਾਈਮ ਸਟਰੋਂਗਰ ਦੈਨ ਦਾ ਗ੍ਰੈਵਿਟੇਸ਼ਨਲ ਫੋਰਸ, ਬਹੁਤ ਜ਼ਿਆਦਾ ਸਟਰੋਂਗ ਹੈ ਗ੍ਰੈਵਿਟੇਸ਼ਨਲ ਫੋਰਸ ਨਾਲੋਂ। ਹੁਣ ਇਹਦੀਆਂ ਐਗਜ਼ਾਮਪਲਸ ਦੇਖ ਲੈਂਦੇ ਕੀ ਹੈ ਇਲੈਕਟ੍ਰੋਮੈਗਨੈਟਿਕ ਫੋਰਸ ਦੀਆਂ। ਐਟਮਸ ਨੂੰ ਹੋਲਡ ਕਰਕੇ ਰੱਖਦੀ ਹੈ। ਹੁਣ ਇੱਕ ਐਟਮ ਹੈ, ਦੋ ਐਟਮ ਹੈ, ਕਿੰਨੇ ਸਾਰੇ ਐਟਮ ਨੂੰ ਹੋਲਡ ਕਰਕੇ ਇੱਕ ਮੋਲੀਕਿਊਲ ਬਣਦਾ, ਇਸ ਤਰੀਕੇ ਨਾਲ ਉਹਨਾਂ ਨੂੰ ਸਾਰਿਆਂ ਨੂੰ ਹੋਲਡ ਕਰਕੇ ਰੱਖਦੀ ਹੈ ਇਲੈਕਟ੍ਰੋਮੈਗਨੈਟਿਕ ਫੋਰਸ। ਤੇ ਹੋਰ ਮੋਸ਼ਨ ਆਫ ਇਲੈਕਟ੍ਰੋਨ ਅਰਾਊਂਡ ਨਿਊਕਲੀਆਈ। ਹੁਣ ਐਟਮ ਹੁੰਦਾ ਹੈ, ਇੱਕ ਐਟਮ ਆ, ਉਹਦੇ ਵਿੱਚ ਹੁਣ ਸੈਂਟਰ ਦੇ ਵਿੱਚ ਨਿਊਕਲੀਅਸ ਹੁੰਦਾ ਹੈ। ਠੀਕ ਹੈ। ਨਿਊਕਲੀਅਸ ਦੇ ਆਲੇ ਦੁਆਲੇ ਕੀ ਹੁੰਦੇ, ਆਰਬਿਟ ਹੁੰਦੇ, ਜਿਹਦੇ ਵਿੱਚ ਇਲੈਕਟ੍ਰੋਨ ਘੁੰਮਦੇ ਆ। ਸੋ ਇਲੈਕਟ੍ਰੋਨ ਨਿਊਕਲੀਅਸ ਦੇ ਆਲੇ ਦੁਆਲੇ ਹਮੇਸ਼ਾ ਘੁੰਮਦੇ ਰਹਿੰਦੇ, ਕਿਉਂ, ਕਿਉਂਕਿ ਉਹਨਾਂ ਦੇ ਉੱਤੇ ਇਲੈਕਟ੍ਰੋਮੈਗਨੈਟਿਕ ਫੋਰਸ ਐਕਟ ਕਰ ਰਹੀ ਹੈ। ਨੈਕਸਟ ਹੈਗਾ ਇਲੈਕਟ੍ਰੋਨ ਐਂਡ ਐਟਮਸ ਐਂਡ ਮੋਲੀਕਿਊਲਸ ਫਾਰਮ ਏ ਮੈਟਰ। ਐਟਮ ਇਕੱਠੇ ਹੋ ਕੇ ਇੱਕ ਮੈਟਰ ਬਣਾਉਂਦੇ ਆ। ਠੀਕ ਹੈ। ਐਟਮ ਇਕੱਠੇ ਹੋ ਕੇ ਮੋਲੀਕਿਊਲ ਬਣਾਉਂਦੇ, ਅਤੇ ਕਾਫੀ ਸਾਰੇ ਮੋਲੀਕਿਊਲ ਇਕੱਠੇ ਹੋ ਕੇ ਇੱਕ ਮੈਟਰ ਬਣਾਉਂਦੇ, ਉਹ ਇਸੇ ਫੋਰਸ ਦੀ ਵਜ੍ਹਾ ਦੇ ਨਾਲ ਹੀ ਹੁੰਦੇ ਆ। ਸੋ ਟੈਂਸ਼ਨ ਇਨ ਸਟਰਿੰਗ ਇਜ਼ ਆਲਸੋ ਇਲੈਕਟ੍ਰੋਮੈਗਨੈਟਿਕ ਫੋਰਸ। ਠੀਕ ਹੈ। ਸਟਰਿੰਗ ਹੁੰਦੀ ਆ, ਉਹਦੇ ਵਿੱਚ ਜਿਹੜੀ ਟੈਂਸ਼ਨ ਆ, ਤਾਂ ਉਹ ਵੀ ਇਸ ਫੋਰਸ ਦੀ ਵਜ੍ਹਾ ਦੇ ਨਾਲ ਹੀ ਹੁੰਦੀ ਆ। ਸੋ ਨੈਕਸਟ ਸਾਡੀ ਕੀ ਆਉਂਦੀ ਆ, ਸਟਰੋਂਗ ਨਿਊਕਲੀਅਰ ਫੋਰਸ। ਸੋ ਹੁਣ ਸਟਰੋਂਗ ਨਿਊਕਲੀਅਰ ਫੋਰਸ ਜਿਹੜੀ ਆ ਉਹ ਕੀ ਹੁੰਦੀ ਆ, ਹੁਣ ਅਸੀਂ ਪਹਿਲਾਂ ਐਟਮ ਦੇ ਬਾਰੇ ਅਸੀਂ ਜਾਣ ਲਿਆ ਵੀ ਐਟਮ ਕੀ ਹੁੰਦਾ ਆ। ਐਟਮ ਦੇ ਵਿੱਚ ਕੀ ਹੁੰਦਾ, ਇੱਕ ਨਿਊਕਲੀਅਸ ਹੁੰਦਾ। ਠੀਕ ਹੈ। ਇਹਦੇ ਆਲੇ ਦੁਆਲੇ ਕੀ ਹੁੰਦੇ, ਇਲੈਕਟ੍ਰੋਨ ਘੁੰਮਦੇ ਹੁੰਦੇ, ਆਰਬਿਟ ਹੁੰਦੇ ਆ ਇਸ ਤਰੀਕੇ ਦੇ ਨਾਲ। ਸੋ ਨਿਊਕਲੀਅਸ ਦੇ ਵਿੱਚ ਕੀ ਹੁੰਦਾ, ਨਿਊਕਲੀਅਸ ਦੇ ਵਿੱਚ ਦੋ ਤਰੀਕੇ ਦੇ ਹੁੰਦੇ ਆ, ਪ੍ਰੋਟੋਨ ਐਂਡ ਨਿਊਟਰੋਨ। ਪ੍ਰੋਟੋਨ ਆਰ ਪੋਜ਼ਿਟਿਵਲੀ ਚਾਰਜ ਐਂਡ ਨਿਊਟਰੋਨਸ ਆਰ ਨਿਊਟਰਲ ਹੁੰਦੇ ਆ। ਇਹਨਾਂ ਦੇ ਉੱਤੇ ਕੋਈ ਚਾਰਜ ਨਹੀਂ ਹੁੰਦਾ, ਨਾ ਪੋਜ਼ਿਟਿਵ ਤੇ ਨਾ ਨੈਗੇਟਿਵ। ਹੁਣ ਦੇਖੋ ਇਹ ਚੀਜ਼ ਜਿਹੜੀ ਹੁਣ ਸਟਰੋਂਗ ਨਿਊਕਲੀਅਰ ਫੋਰਸ ਕੀ ਕਰਦੀ, ਇਹਨਾਂ ਨੂੰ ਹੋਲਡ ਕਰਕੇ ਰੱਖਦੀ ਹੈ। ਹੋਲਡ protons and neutrons together। ਹੁਣ ਦੇਖੋ ਇਹ ਪੋਜ਼ਿਟਿਵਲੀ ਚਾਰਜਡ ਤੇ ਆ ਜ਼ੀਰੋ ਚਾਰਜ ਹੈ, ਇਹਨਾਂ ਦਾ ਤਾਂ ਕੋਈ ਚਾਰਜ ਨਹੀਂ ਹੈਗਾ। ਬਟ ਹੁਣ ਦੇਖੋ ਪੋਜ਼ਿਟਿਵ ਤੇ ਨੈਗੇਟਿਵ ਇਹ ਤਾਂ ਆਪਸ ਵਿੱਚ ਅਟਰੈਕਟ ਕਰਕੇ ਰਹਿ ਸਕਦੇ ਆ। ਠੀਕ ਹੈ। ਬਟ ਪੋਜ਼ਿਟਿਵ ਨੂੰ ਅਟਰੈਕਟ ਕਰਨ, ਆਪਸ ਵਿੱਚ ਜੋੜ ਕੇ ਰੱਖਣਾ, ਤੇ ਪੋਜ਼ਿਟਿਵ ਨੂੰ ਨਿਊਟਰਲ ਦੇ ਨਾਲ ਜੋੜ ਕੇ ਰੱਖਣਾ, ਇਹ ਬਹੁਤ ਜ਼ਿਆਦਾ ਸਟਰੋਂਗ ਫੋਰਸ ਹੈ। ਇਸ ਕਰਕੇ ਇੱਥੇ ਹੁਣ ਦੇਖੋ ਇਹਦੇ ਵਿੱਚ ਪੋਜ਼ਿਟਿਵ ਵੀ ਕਾਫੀ ਸਾਰੇ ਹੋਣਗੇ ਅਤੇ ਨਿਊਟਰਲ ਵੀ ਕਾਫੀ ਸਾਰੇ ਹੋਣਗੇ, ਫਿਰ ਵੀ ਇਹ ਇੱਕ ਦੂਜੇ ਦੇ ਨਾਲ ਅਟਰੈਕਟ ਹੋ ਕੇ ਰਹਿੰਦੇ ਆ। ਕਿਉਂ, ਕਿਉਂਕਿ ਸਟਰੋਂਗ ਨਿਊਕਲੀਅਰ ਫੋਰਸ ਇਹਨਾਂ ਦੇ ਉੱਤੇ ਐਕਟ ਕਰਦੀ ਹੈ। ਹੁਣ ਦੇਖੋ ਕਰੈਕਟਰਿਸਟਿਕਸ ਇਹਦੇ ਕੀ ਆ। ਹੁਣ ਇਹਦੇ ਕਰੈਕਟਰਿਸਟਿਕਸ ਹੈਗੇ ਆ ਵੀ ਅਟਰੈਕਟਿਵ ਇਨ ਨੇਚਰ, ਇਹ ਅਟਰੈਕਟਿਵ ਫੋਰਸ ਆ, ਅਟਰੈਕਟ ਕਰਕੇ ਰੱਖਦੀ, ਇਕੱਠੇ ਕਰਕੇ ਰੱਖਦੀ, ਕੰਬਾਈਨ ਕਰਕੇ ਰੱਖਦੀ ਹੈ। ਬਹੁਤ ਸ਼ਾਰਟ ਰੇਂਜ ਫੋਰਸ ਆ, ਸ਼ਾਰਟ ਰੇਂਜ ਡਿਸਟੈਂਸ ਯਾਨੀ ਕਿ 10⁻⁻15 ਮੀਟਰ, ਇੰਨਾ ਸ਼ਾਰਟ ਰੇਂਜ ਡਿਸਟੈਂਸ ਆ। ਫਿਰ 100 ਟਾਈਮਸ ਸਟਰੋਂਗਰ ਦਿੰਦਾ ਇਲੈਕਟ੍ਰੋਮੈਗਨੈਟਿਕ ਫੋਰਸ। ਇਲੈਕਟ੍ਰੋਮੈਗਨੈਟਿਕ ਫੋਰਸ ਦੇ ਨਾਲੋਂ 100 ਗੁਣਾ ਜ਼ਿਆਦਾ ਇਹ ਸਟਰੋਂਗ ਹੈ, ਅਤੇ 10⁻36 ਟਾਈਮ ਸਟਰੋਂਗਰ ਦਿੰਦਾ 38 ਇੰਨੀ ਜ਼ਿਆਦਾ ਸਟਰੋਂਗ ਆ ਗ੍ਰੈਵਿਟੇਸ਼ਨਲ ਫੋਰਸ ਦੇ ਨਾਲੋਂ। ਠੀਕ ਹੈ। ਨੈਕਸਟ ਕੀ ਹੈਗੀ ਆਪਣੇ ਕੋਲ, ਨੋਨ ਸੈਂਟਰਲ ਆ, ਸੈਂਟਰ ਵਗੈਰਾ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ। ਠੀਕ ਹੈ। ਨੋਨ ਸੈਂਟਰਲ ਆ। ਅਗਲਾ ਹੈਗਾ ਡਜ਼ ਨਾਟ ਅਵੇ ਇਨਵਰਸ ਸਕੇਅਰ ਲਾ। ਇਨਵਰਸ ਸਕੇਅਰ ਲਾ ਅਸੀਂ ਪਹਿਲਾਂ ਦੇਖ ਹੀ ਲਿਆ ਸੀਗਾ ਵੀ ਕੀ ਹੁੰਦਾ ਹੈ। ਠੀਕ ਹੈ। ਉਹ ਡਿਵਾਈਡ ਬਾਈ ਆਰ ਸਕੇਅਰ, ਇਸ ਤਰੀਕੇ ਦਾ ਇਨਵਰਸ ਸਕੇਅਰ ਲਾ ਹੁੰਦਾ ਹੈ। ਫਿਰ ਇਹ ਹੁੰਦੀ ਕਿਉਂ ਆ, ਕਿਉਂਕਿ ਪ੍ਰੋਟੋਨ ਅਤੇ ਨਿਊਟਰੋਨ ਦੇ ਵਿੱਚ ਪਾਈ ਮੀਨਸ ਐਕਸਚੇਂਜ ਹੁੰਦੇ ਆ, ਇਸ ਕਰਕੇ ਇਹ ਸਟਰੋਂਗ ਨਿਊਕਲੀਅਰ ਫੋਰਸ ਬਣਦੀ ਆ ਨੇਚਰ ਦੇ ਵਿੱਚ। ਠੀਕ ਹੈ। ਅਤੇ ਨੰਬਰ 4 ਤਰੀਕੇ ਦੀ ਫੋਰਸ ਹੈਗੀ ਸਾਡੇ ਕੋਲ ਵੀਕ ਨਿਊਕਲੀਅਰ ਫੋਰਸਸ। ਬੁੱਕਸ ਦੇ ਵਿੱਚ ਤਾਂ ਇਹਨਾਂ ਦੀਆਂ ਕਾਫੀ ਲੰਬੀ ਚੌੜੀ ਡੈਫੀਨੇਸ਼ਨ ਵਗੈਰਾ ਦਿੱਤੀ ਹੁੰਦੀ ਹੈ, ਬਟ ਸਿੰਪਲ ਤੋਂ ਸਿੰਪਲ ਆਪਾਂ ਰੱਖਦੇ ਹਾਂ ਕਿ ਇਹ ਫੋਰਸ ਹੁੰਦੀ ਹੈ ਜੀ ਬਿਟਵੀਨ ਇਲੈਕਟ੍ਰੋਨਸ ਐਂਡ ਨਿਊਟ੍ਰੀਓਨਸ। ਨਿਊਟਰੋਨ ਨਹੀਂ, ਨਿਊਟ੍ਰੀਓਨ। ਠੀਕ ਹੈ। ਇਹ ਉਹ ਤੋਂ ਵੀ ਛੋਟਾ ਹੁੰਦਾ, ਨਿਊਟਰੋਨ ਤੋਂ ਵੀ ਛੋਟਾ ਹੁੰਦਾ ਹੈ। ਇਲੈਕਟ੍ਰੋਨ ਐਂਡ ਨਿਊਟ੍ਰੀਓਨ ਦੇ ਵਿੱਚ
ਜਿਹੜੀ ਵਿੱਚ ਜਿਹੜੀ ਫੋਰਸ ਹੁੰਦੀ ਆ ਉਹਨੂੰ ਕਹਿੰਦੇ ਹੈਗੇ ਵੀਕ ਨਿਊਕਲੀਅਰ ਫੋਰਸ। ਠੀਕ ਆ, ਤੇ ਇਹ ਹੈਗੀ ਆ ਵੈਰੀ ਸ਼ਾਰਟ ਰੇਂਜ ਫੋਰਸ ਅਪ ਟੂ 10⁻⁻18 ਮੀਟਰ, ਇੰਨੀ ਜ਼ਿਆਦਾ ਸ਼ਾਰਟ ਆ। ਸੋ ਅਗਰ ਮੈਂ ਇਹਨਾਂ ਦਾ ਆਰਡਰ ਬਣਾਵਾਂ ਇੱਕ, ਸੋ ਮੈਂ ਇਹਨਾਂ ਦਾ ਆਰਡਰ, ਸੋ ਅਗਰ ਇਹਨਾਂ ਦਾ ਆਰਡਰ ਬਣਾਉਣਾ ਹੋਵੇ ਤਾਂ ਸਭ ਤੋਂ ਜ਼ਿਆਦਾ ਸਟਰੋਂਗੈਸਟ ਫੋਰਸ ਸਾਡੇ ਕੋਲ ਆਉਂਦੀ ਆ ਸਟਰੋਂਗ ਨਿਊਕਲੀਅਰ ਫੋਰਸਸ, ਤੇ ਇਹਨਾਂ ਦੀ ਰੇਂਜ ਕਿੰਨੀ ਹੁੰਦੀ ਆ 10⁻⁻15 ਮੀਟਰਸ। ਨੰਬਰ 2 ਦੇ ਉੱਤੇ ਸਾਡੇ ਕੋਲ ਆਉਂਦੀ ਆ ਇਲੈਕਟ੍ਰੋ ਮੈਗਨੈਟਿਕ ਫੋਰਸ। ਠੀਕ ਹੈ, ਇਹਨਾਂ ਦੀ ਰੇਂਜ ਹੁੰਦੀ ਆ ਇਨਫੀਨਾਈਟ, ਕੋਈ ਅੰਤ ਨਹੀਂ, ਇਹਨਾਂ ਤਾਂ ਬਹੁਤ ਲੰਬੀਆਂ ਹੁੰਦੀਆਂ ਰੇਂਜ ਇਹਨਾਂ ਦੀ। ਨੰਬਰ 3 ਦੇ ਉੱਤੇ ਆਉਂਦੀ ਆ ਵੀਕ ਨਿਊਕਲੀਅਰ ਫੋਰਸਸ, ਇਹਨਾਂ ਦੀ ਰੇਂਜ ਕਿੰਨੀ ਹੁੰਦੀ ਹੈ 10⁻⁻18 ਮੀਟਰਸ। ਸੋ ਸਭ ਤੋਂ ਜਿਹੜੀ ਆ ਵੀਕ ਫੋਰਸ ਆ ਉਹ ਹੈਗੀ ਆ ਗ੍ਰੈਵੀਟੇਸ਼ਨਲ। ਠੀਕ ਹੈ, ਤੇ ਇਹਦੀ ਰੇਂਜ ਵੀ ਇਨਫੀਨਾਈਟ ਆ। ਸੋ ਉੱਪਰ ਨੂੰ ਆਰਡਰ ਵੱਧਦਾ ਜਾਂਦਾ ਹੈ ਤਾਂ ਸਟਰੋਂਗ ਹੁੰਦੀ ਜਾਂਦੀ ਹੈ, ਸਭ ਤੋਂ ਨੀਚੇ ਵੀਕ, ਉਸ ਤੋਂ ਉੱਪਰ ਹੋਰ ਸਟਰੋਂਗ, ਤੇ ਸਭ ਤੋਂ ਉੱਪਰ ਸਾਰਿਆਂ ਤੋਂ ਜ਼ਿਆਦਾ ਸਟਰੋਂਗ। ਸੋ ਇਹ ਹੈਗਾ ਜੀ ਆਰਡਰ ਇਹਨਾਂ ਦੀ ਰੇਂਜ ਦਾ। ਸੋਚੋ ਗ੍ਰੈਵੀਟੇਸ਼ਨਲ ਫੋਰਸ ਕਿੰਨੀ ਸਟਰੋਂਗ ਆ, ਬਟ ਕਿੰਨੀ ਵੀਕ ਆ, ਬਟ ਫਿਰ ਵੀ ਇਹ ਪੂਰੇ ਦੇ ਪੂਰੇ ਗ੍ਰਹਿ ਐਂਡ ਹੈਵਨਲੀ ਬੋਡੀਜ਼ ਨੂੰ ਆਪਸ ਵਿੱਚ ਕੰਬਾਈਨ ਕਰਕੇ ਰੱਖਦੀ ਆ। ਠੀਕ ਹੈ ਜੀ, ਸੋ ਇਹ ਸੀਗੇ ਸਾਰੇ ਫੈਕਟਸ। ਸੋ ਨੈਕਸਟ ਵੀਡੀਓ ਤੁਹਾਨੂੰ ਜਲਦੀ ਮਿਲੂਗੀ। ਥੈਂਕ ਯੂ।